Hello, dear students. Welcome again in this MMS coaching classes. ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਗੱਲ ਕਰਾਂਗੇ ਕਲਾਸੀਫਿਕੇਸ਼ਨ ਰਿਲੇਟਡ ਪ੍ਰੋਬਲਮਸ। ਸੋ ਜਿਹਦੇ ਵਿੱਚ ਕਿ ਤੁਹਾਨੂੰ ਕੁਛ ਚਾਰ ਆਪਸ਼ਨਸ ਦਿੱਤੀਆਂ ਹੋਣਗੀਆਂ ਐਂਡ ਯੂ ਹੈਵ ਟੂ ਫਾਈਂਡ ਆਊਟ ਵਨ ਆਊਟ ਕਿ ਜਿਹੜੀ ਉਹਨਾਂ ਦੇ ਵਿੱਚੋਂ ਬਿਲਕੁਲ ਹੀ ਡਿਫਰੈਂਟ ਹੈ ਜਾਂ ਜਿਹੜੀ ਤਿੰਨ ਆਪਸ਼ਨਸ ਜਿਹੜੀਆਂ ਮੈਚ ਕਰ ਰਹੀਆਂ ਹਨ ਅਤੇ ਚੌਥੀ ਜਿਹੜੀ ਬਿਲਕੁਲ ਹੀ ਡਿਫਰੈਂਟ ਹੋਏ। ਸੋ ਉਹਦੇ ਵਿੱਚੋਂ ਤੁਹਾਨੂੰ ਇੱਕ ਔਡ ਵਨ ਆਊਟ ਜਿਹੜੀ ਆਪਸ਼ਨ ਹੈ ਉਹ ਕਿਸ ਤਰ੍ਹਾਂ ਤੁਸੀਂ ਫਾਈਂਡ ਆਊਟ ਕਰਨੀ ਹੈ। ਸੋ ਆਓ ਇੱਦਾਂ ਦੇ ਕੁਐਸਚਨਸ ਨੂੰ ਆਪਾਂ ਡਿਸਕਸ ਕਰਦੇ ਹਾਂ। ਸੋ ਫਸਟ ਜਿਹੜੇ ਔਡ ਵਨ ਆਊਟ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਹਨ। ਸੋ ਫਸਟ ਟਾਈਪ ਦੇ ਵਿੱਚ ਮੈਂ ਇੱਥੇ ਇੱਕ ਕੁਐਸਚਨ ਲਿਖਦਾ ਹਾਂ। ਸੋ ਫਾਰ ਐਗਜ਼ਾਮਪਲ ਸਾਨੂੰ ਵੀ ਹੈਵ ਟੂ ਫਾਈਂਡ ਔਡ ਵਨ ਆਊਟ। ਸੋ ਗਿਵਨ ਆਪਸ਼ਨਸ ਆਰ copper, second is zinc, third is brass and fourth is aluminium। ਹੁਣ ਇਹਦੇ ਵਿੱਚੋਂ we have to find odd one out ਕਿ ਤਿੰਨ ਜਿਹੜੇ ਹਨ ਉਹ ਜਿਹੜੇ ਹਨ ਇੱਕ ਦੂਸਰੇ ਨਾਲ ਉਹਨਾਂ ਦਾ ਕੁਛ ਆਪਸ ਦੇ ਵਿੱਚ ਰਿਲੇਸ਼ਨ ਹੈ ਅਤੇ ਇੱਕ ਇੱਦਾਂ ਦੀ ਆਪਸ਼ਨ ਹੈ ਜਿਹੜੀ ਬਿਲਕੁਲ ਹਟ ਕੇ ਹੈ। ਹੁਣ ਇਸ ਕੁਐਸਚਨ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਜਿਹੜੀ ਕਾਪਰ, ਜ਼ਿੰਕ ਅਤੇ ਐਲੂਮੀਨੀਅਮ ਇਹ ਸਾਰੀਆਂ ਜਿਹੜੀਆਂ ਮੈਟਲਸ ਹਨ, ਜਦ ਕਿ ਜਿਹੜੀ ਬਰਾਸ ਹੈ ਇਟ ਇਜ਼ ਏ ਅਲੋਏ ਕਿ ਇਹ ਜਿਹੜੀ ਅਲੋਏ ਹੈ ਜਿਹੜੀਆਂ ਦੋ ਜਾਂ ਵੱਧ ਮੈਟਲਸ ਤੋਂ ਜਿਹੜੀ ਮਿਲ ਕੇ ਬਣੀ ਹੋਈ ਹੈ। ਸੋ ਇਹਦੇ ਵਿੱਚ ਜਿਹੜੀ ਔਡ ਵਨ ਆਊਟ ਟਰਮ ਹੈ ਦੈਟ ਇਜ਼ ਬਰਾਸ। ਸੋ ਇਸੇ ਤਰ੍ਹਾਂ ਹੀ ਹੋਰ ਜਿਹੜਾ ਕੁਐਸਚਨ ਕਿਸ ਤਰ੍ਹਾਂ ਦੇ ਆ ਸਕਦੇ ਹਨ। ਸੋ ਫਾਰ ਐਗਜ਼ਾਮਪਲ ਸਾਨੂੰ ਦਿੱਤਾ ਹੋਇਆ ਹੈ ਕੁਛ ਆਪਸ਼ਨਸ ਬਿਸਕਿਟਸ, ਚੋਕਲੇਟ, ਕੇਕ ਐਂਡ ਬ੍ਰੈਡ। ਹੁਣ ਇਹਦੇ ਵਿੱਚੋਂ ਸਾਨੂੰ ਔਡ ਵਨ ਆਊਟ ਜਿਹੜਾ ਹੈ ਉਹ ਆਪਾਂ ਫਾਈਂਡ ਆਊਟ ਕਰਨਾ ਹੈ ਕਿ ਜਿਹੜਾ ਤਿੰਨਾਂ ਤੋਂ ਹਟ ਕੇ ਹੈ। ਹੁਣ ਜੇ ਤੁਸੀਂ ਧਿਆਨ ਦੇ ਨਾਲ ਦੇਖੋਗੇ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਬਿਸਕਟਸ ਹੈ ਜਾਂ ਜਿਹੜੀ ਬ੍ਰੈਡ ਹੈ ਜਾਂ ਜਿਹੜੀ ਕੇਕ ਹੈਗੇ ਆ, ਸੋ ਦੀਜ਼ ਆਲ ਆਰ ਬੇਕਰੀ ਪ੍ਰੋਡਕਟਸ ਕਿ ਇਹ ਸਾਰੇ ਆਪਾਂ ਬੇਕ ਕਰਕੇ ਓਵਨ ਦੇ ਵਿੱਚ ਇਹਨਾਂ ਨੂੰ ਆਪਾਂ ਬਣਾਉਂਦੇ ਹਾਂ, ਜਦ ਕਿ ਜਿਹੜੀ ਚੋਕਲੇਟ ਹੈ ਉਹਨੂੰ ਆਪਾਂ ਬੇਕ ਕਰਕੇ ਨਹੀਂ ਬਣਾਉਂਦੇ। ਸੋ ਇਹਦੇ ਵਿੱਚ ਜਿਹੜਾ ਔਡ ਵਨ ਆਊਟ ਹੈ ਦੈਟ ਇਜ਼ ਚੋਕਲੇਟ। ਸੋ ਥਰਡ ਇਹਦੇ ਵਿੱਚ ਕਿਸ ਤਰ੍ਹਾਂ ਦੇ ਹੋਰ ਕੁਐਸਚਨ ਆ ਸਕਦੇ ਹਨ। ਸੋ ਫਾਰ ਐਗਜ਼ਾਮਪਲ ਗਿਵਨ ਆਪਸ਼ਨਸ ਆਰ ਐਕਟਰ, ਆਰਟਿਸਟ, musician and fourth is poet। ਹੁਣ ਇਹਦੇ ਵਿੱਚ ਜੇ ਕਈ ਬੱਚਿਆਂ ਨੂੰ ਥੋੜ੍ਹਾ ਕਨਫਿਊਜ਼ਿੰਗ ਵੀ ਇਹ ਲੱਗਦੇ ਹਨ। ਸੋ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਉਹਦੇ ਨਾਲ ਤੁਹਾਡੀ ਜਿਹੜੀ ਹੈ ਉਹ ਇਹ ਥੋੜ੍ਹਾ ਤੁਹਾਨੂੰ ਪਤਾ ਲੱਗ ਜਾਏਗਾ। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਐਕਟਰ ਹੈ ਉਹ ਵੀ ਇੱਕ ਪਰਫੋਰਮ ਕਰਦਾ ਹੈ ਸਟੇਜ 'ਤੇ, ਆਰਟਿਸਟ ਜਿਹੜੇ ਥੀਏਟਰਸ ਡਰਾਮਾ ਕਰਦੇ ਹਨ, ਮਿਊਜੀਸ਼ੀਅਨ ਜਿਹੜਾ ਹੈ ਉਹ ਵੀ ਸਟੇਜ ਦੇ ਉੱਤੇ ਬੈਂਡ ਵਗੈਰਾ ਜਿਹੜਾ ਉਹ ਪਰਫੋਰਮ ਕਰਦਾ ਹੈ, ਜਦ ਕਿ ਪੋਇਟ ਜਿਹੜਾ ਹੈ ਉਹ ਪੋਇਮ ਲਿਖਦਾ ਹੈ। ਸੋ ਉਹ ਇਟ ਡਜ਼ ਨਾਟ ਰਿਕੁਆਇਰ ਐਨੀ ਸਟੇਜ ਪਰਫੋਰਮੈਂਸ। ਸੋ ਇਹਦੇ ਵਿੱਚੋਂ ਔਡ ਵਨ ਆਊਟ ਜਿਹੜਾ ਹੈ ਉਹ ਪੋਇਟ ਹੈ। ਸੋ ਨੈਕਸਟ ਕੁਛ ਸਾਨੂੰ ਗਰੁੱਪਸ ਦੇ ਵਿੱਚ ਵੀ ਕਈ ਵਾਰੀ ਇੱਦਾਂ ਦੇ ਕੁਐਸਚਨ ਪੁੱਛੇ ਜਾਂਦੇ ਹਨ ਕਿ ਸਾਨੂੰ ਕੁਛ ਕੰਬੀਨੇਸ਼ਨ ਦਿੱਤਾ ਹੋਏਗਾ ਔਰ ਉਹਦੇ ਵਿੱਚੋਂ ਆਪਾਂ ਉਹਨਾਂ ਨੂੰ ਕਲਾਸੀਫਾਈ ਕਰਨਾ ਹੈ ਕਿ ਉਹ ਕਿਹੜਾ ਆਪਸ਼ਨ ਜਿਹੜੀ ਬਿਲਕੁਲ ਹਟ ਕੇ ਹੈ। ਸੋ ਲੈਟ ਅਸ ਡਿਸਕਸ ਸਮ ਕੁਐਸਚਨਸ। ਸੋ ਵੋਲੀਅਮ which is in the liter, second option ਜਿਹੜੀ ਹੈ time in seconds। ਸੋ ਇਹ ਸਾਨੂੰ ਦਿੱਤੀਆਂ ਹੋਈਆਂ ਆਪਸ਼ਨਸ ਹਨ। ਥਰਡ ਜਿਹੜੀ ਹੈ length that is meter and fourth ਜਿਹੜਾ ਹੈ pressure which is barometer।
ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚੋਂ ਕਿਹੜੀ ਆਪਸ਼ਨ ਜਿਹੜੀ ਹੈ ਉਹ ਹਟ ਕੇ ਹੈ। ਸੋ ਥੋੜ੍ਹੀ ਆਲਮੋਸਟ ਸਾਰੀਆਂ ਇੱਕ ਦੂਸਰੇ ਨਾਲ ਮੇਲ ਖਾਂਦੀਆਂ ਹਨ। ਸੋ ਫਾਰ ਐਗਜ਼ਾਮਪਲ ਟਾਈਮ ਦੇ ਜਿਹੜੇ ਯੂਨਿਟਸ ਹੈਗੇ ਆ, ਸੋ ਦੇ ਆਰ ਸੈਕਿੰਡਸ। ਲੈਂਥ ਨੂੰ ਆਪਾਂ ਮੀਟਰਸ ਦੇ ਵਿੱਚ ਮੈਜ਼ਰ ਕਰਦੇ ਹਾਂ। ਵੋਲੀਅਮ ਨੂੰ ਜਿਹੜਾ ਹੈ ਉਹ ਆਪਾਂ ਲੀਟਰਸ ਦੇ ਵਿੱਚ ਮੈਜ਼ਰ ਕਰਦੇ ਹਾਂ, ਜਦ ਕਿ ਜਿਹੜਾ ਪ੍ਰੈਸ਼ਰ ਹੈ ਉਹ ਉਹਦੇ ਜਿਹੜੇ ਯੂਨਿਟ ਹਨ ਪਾਸਕਲ ਹੁੰਦੇ ਹਨ, ਜਦ ਕਿ ਬੈਰੋਮੀਟਰ ਜਿਹੜਾ ਹੈ ਇਟ ਇਜ਼ ਇੰਸਟਰੂਮੈਂਟ ਕਿ ਜਿਹਦੇ ਨਾਲ ਆਪਾਂ ਉਹਨੂੰ ਮੈਜ਼ਰ ਕਰਦੇ ਹਾਂ। ਸੋ ਇਹਦੇ ਵਿੱਚ ਜਿਹੜੀ ਹਟ ਕੇ ਥੋੜ੍ਹੀ ਜਿਹੜੀ ਆਪਸ਼ਨ ਹੈ ਦੈਟ ਇਜ਼ ਆਪਸ਼ਨ ਪ੍ਰੈਸ਼ਰ। ਸੋ ਆਲ ਦੀ 3 ਜਿਹੜੇ ਹਨ ਉਹ ਕੰਬੀਨੇਸ਼ਨ ਜਿਹੜਾ ਹੈ ਹਰ ਇੱਕ ਦੇ ਯੂਨਿਟਸ ਦਿੱਤੇ ਹੋਏ ਹਨ, ਜਦ ਕਿ ਚੌਥੇ ਕੇਸ ਦੇ ਵਿੱਚ ਜਿਹੜਾ ਹੈ ਸਾਨੂੰ ਇੰਸਟਰੂਮੈਂਟ ਦਾ ਜਿਹੜਾ ਹੈ ਉਹ ਦਿੱਤਾ ਹੋਇਆ ਹੈ। ਸੋ ਇਹਦੇ ਵਿੱਚ ਔਡ ਵਨ ਆਊਟ ਕੀ ਹੈ? ਸੋ ਆਪਸ਼ਨ 4 ਦੈਟ ਇਜ਼ ਪ੍ਰੈਸ਼ਰ ਬੈਰੋਮੀਟਰ ਇਜ਼ ਦੀ ਔਡ ਵਨ ਆਊਟ ਟਰਮ। ਸੋ ਇਸ ਤਰ੍ਹਾਂ ਦੇ ਹੋਰ ਕੁਐਸਚਨ ਜਿਹੜੇ ਹਨ ਉਹ ਕੀ ਆ ਸਕਦੇ ਹਨ? ਸੋ ਲਾਈਕ ਪੇਂਟਰ is to gallery, actor is related with stage, third ਜਿਹੜਾ ਹੈ ਮੈਜ਼ਨ ਜਿਹਨੂੰ ਆਪਾਂ ਮਿਸਤਰੀ ਕਹਿ ਦਿੰਦੇ ਹਾਂ it is related with wall, and fourth ਜਿਹੜਾ ਹੈ farmer, so that is related with field। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਕੁਛ ਪੇਂਟਰ ਦਾ ਸੰਬੰਧ ਗੈਲਰੀ ਦੇ ਨਾਲ ਹੈ ਕਿ ਉਹ ਗੈਲਰੀ ਦੇ ਵਿੱਚ ਪੇਂਟ ਕਰਦਾ ਹੈ। ਐਕਟਰ ਜਿਹੜਾ ਹੈ ਉਹ ਸਟੇਜ ਦੇ ਉੱਤੇ ਪਰਫੋਰਮ ਕਰਦਾ ਹੈ। ਫਾਰਮਰ ਜਿਹੜਾ ਹੈ ਉਹ ਖੇਤ ਫੀਲਡ ਦੇ ਵਿੱਚ ਜਾ ਕੇ ਆਪਣਾ ਕੰਮ ਕਰਦਾ ਹੈ, ਜਦਕਿ ਮੈਜ਼ਨ ਜਿਹੜਾ ਹੈ ਉਹ ਵਾਲ ਬਣਾਉਂਦਾ ਹੈ। ਸੋ ਇਹਦੇ ਵਿੱਚ ਜਿਹੜੀਆਂ ਸਾਰੀਆਂ ਆਪਸ਼ਨਸ ਜਿਹੜੀਆਂ ਹਨ, ਸੋ ਆਪਸ਼ਨ ਨੰਬਰ 4, ਆਪਸ਼ਨ ਨੰਬਰ 2 ਅਤੇ 1 ਜੇ ਇਹ ਸਾਰੀਆਂ ਕੀ ਦਰਸਾ ਰਹੀਆਂ ਹਨ? ਸੋ ਦੇ ਆਰ ਦੀ ਵਰਕਿੰਗ ਪਲੇਸਿਸ। ਜਿਹੜਾ ਪੇਂਟਰ ਕਿੱਥੇ ਕੰਮ ਕਰਦਾ ਹੈ? ਉਹ ਗੈਲਰਿੰਗ ਦੇ ਵਿੱਚ ਕੰਮ ਕਰਦਾ ਹੈ। ਫਾਰਮਰ ਫੀਲਡ ਦੇ ਵਿੱਚ ਕੰਮ ਕਰਦਾ ਹੈ। ਐਕਟਰ ਸਟੇਜ ਦੇ ਉੱਤੇ ਪਰਫੋਰਮ ਕਰਦਾ ਹੈ, ਜਦਕਿ ਮੈਜ਼ਨ ਜਿਹੜਾ ਹੈ ਉਹ ਵਾਲ ਬਣਾਉਂਦਾ ਹੈ, ਜਦਕਿ ਕੰਮ ਉਹ ਕਿਤੇ ਵੀ ਕਰ ਸਕਦਾ ਹੈ। ਸੋ ਇਹਦੇ ਵਿੱਚੋਂ ਔਡ ਵਨ ਆਊਟ ਜਿਹੜੀ ਟਰਮ ਹੈ ਸੋ ਦੈਟ ਇਜ਼ ਮੈਜ਼ਨ। ਸੋ ਤੁਸੀਂ ਮੈਜ਼ਨ ਦੇ ਉੱਤੇ ਆਪਸ਼ਨ ਨੰਬਰ 3 ਦੇ ਉੱਤੇ ਟਿਕ ਕਰਨਾ ਹੈ। ਹੋਰ ਜਿਹੜੇ ਹਨ ਇਹਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਹਨ? ਸੋ ਇੱਦਾਂ ਦਾ ਇੱਕ ਕੁਐਸਚਨ ਆਪਾਂ ਹੋਰ ਕਰਦੇ ਹਾਂ। ਲਾਇਨ is to roar, snake is to hiss, frog is to bleat, and fourth bees is to hum। ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਸੈਕਿੰਡ ਆਪਸ਼ਨ ਹੈ ਦੈਟ ਇਜ਼ ਰਿਲੇਟਡ ਵਿਦ ਦੀ ਨੋਇਜ਼ ਪ੍ਰੋਡਿਊਸਡ। ਫਾਰ ਐਗਜ਼ਾਮਪਲ ਲਾਇਨ ਜਿਹੜਾ ਹੈ ਉਹ ਜਿਹੜੀ ਉਹਦੀ ਆਵਾਜ਼ ਜਿਹੜੀ ਜਿਹਨੂੰ ਆਪਾਂ ਗਰਜਨਾ ਕਹਿੰਦੇ ਹਾਂ ਉਹਨੂੰ ਆਪਾਂ ਰੋਰ ਕਹਿੰਦੇ ਹਾਂ ਇੰਗਲਿਸ਼ 'ਚ। ਲਾਇਨ ਜਿਹੜਾ ਹੈ ਉਹ ਰੋਰ ਪ੍ਰੋਡਿਊਸ ਕਰਦਾ ਹੈ। ਸਨੇਕ ਜਿਹੜਾ ਹੈ ਉਹ ਹਿੱਸ, ਜਦੋਂ ਉਹ ਆਪਣੇ ਫਨ ਖਿਲਾਰ ਕੇ ਜਿਹੜੀ ਆਵਾਜ਼ ਪੈਦਾ ਕਰਦਾ ਹੈ ਉਹਨੂੰ ਆਪਾਂ ਹਿੱਸ ਕਹਿੰਦੇ ਹਾਂ। ਬੀਜ਼ ਜਿਹੜੀਆਂ ਹਨ, ਜਿਹੜੀਆਂ ਮੰਡਰਾਉਂਦੀਆਂ ਹਨ, ਉਹ ਜਿਹੜੀ ਆਵਾਜ਼ ਜਨਰੇਟ ਕਰਦੀਆਂ ਉਹਨੂੰ ਆਪਾਂ ਹਮ ਕਹਿੰਦੇ ਹਾਂ। ਫਰੋਗ ਦੀ ਜਿਹੜੀ ਆਵਾਜ਼ ਹੈ ਉਹਨੂੰ ਆਪਾਂ ਡਰੇਕ ਕਹਿੰਦੇ ਹਾਂ, ਬਲੀਟ ਨਹੀਂ ਕਹਿੰਦੇ। ਸੋ ਇਹਦੇ ਵਿੱਚ ਜਿਹੜਾ ਔਡ ਵਨ ਆਊਟ ਟਰਮ ਕਿਹੜੀ ਹੈ? ਸੋ ਦੈਟ ਇਜ਼ ਆਪਸ਼ਨ ਨੰਬਰ 3 ਇਜ਼ ਦੀ ਆਪਸ਼ਨ ਜਿਹੜੀ ਤੁਸੀਂ ਚੁਣਨੀ ਹੈ ਇਹਦੇ ਵਿੱਚੋਂ। ਸੋ ਹੋਰ ਇਹਦੇ ਵਿੱਚ ਕਈ ਵਾਰੀ ਸਾਨੂੰ ਕੁਛ ਅਲਫਾਬੈਟ ਸੀਕੁਐਂਸ ਦੇ ਕੇ ਉਹਦੇ ਵਿੱਚੋਂ ਵੀ ਔਡ ਵਨ ਆਊਟ ਟਰਮ ਜਿਹੜੀਆਂ ਹਨ ਉਹ ਪੁੱਛ ਸਕਦੇ ਹਨ। ਸੋ ਔਡ ਵਨ ਆਊਟ ਕੁਛ ਅਲਫਾਬੈਟ ਸੀਕੁਐਂਸ ਦੇ ਨਾਲ ਕਿਸ ਤਰ੍ਹਾਂ ਦੇ ਜਿਹੜੇ ਕੁਐਸਚਨ ਆ ਸਕਦੇ ਹਨ? ਸੋ ਫਾਰ ਐਗਜ਼ਾਮਪਲ ABC ਐਜ਼ ਏ ਰਿਲੇਸ਼ਨ ਵਿਦ CBA, ਸੈਕਿੰਡ ਜਿਹੜਾ ਹੈ JKL is to KLJ, third is
XYZ is to ZYX and fourth MNO। ਸੋ ਇਹਨਾਂ ਦੇ ਵਿੱਚ ਆਪਾਂ ਕੁਛ ਰਿਲੇਸ਼ਨ ਜਿਹੜਾ ਹੈ ਉਹ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਹੁਣ ਜੇ ਤੁਸੀਂ ਦੇਖੋ ਕਿ ਜਿਹੜਾ ABC ਹੈ ਉਹਨੂੰ ਜੇ ਆਪਾਂ ਓਪੋਜ਼ਿਟ ਫਾਰਮ ਦੇ ਵਿੱਚ ਲਿਖੀਏ ਤੇ ਉਹ ਸਾਡੇ ਕੋਲ ਕੀ ਬਣਦਾ ਹੈ CB ਤੇ A ਬਣਦਾ ਹੈ। ਇਸੇ ਤਰ੍ਹਾਂ ਹੀ ਜੇ ਮੈਂ XYZ ਨੂੰ ਓਪੋਜ਼ਿਟ ਫਾਰਮ ਦੇ ਵਿੱਚ ਲਿਖਾਂ, Z ਨੂੰ ਪਹਿਲੇ ਲਿਖਾਂ ਫਿਰ Y ਫਿਰ X ZYX MNO ਨੂੰ ਜੇ ਮੈਂ ਓਪੋਜ਼ਿਟ ਲਿਖਾਂ ONM। ਸੋ ਇਹਦੇ ਵਿੱਚ ਕਿਹੜੀ ਆਪਸ਼ਨ ਹੈ ਜਿਹੜੀ ਬਿਲਕੁਲ ਹਟ ਕੇ ਹੈ, ਜਿਵੇਂ ਫਾਰ ਐਗਜ਼ਾਮਪਲ ਪਹਿਲੀ ਤੀਸਰੀ ਤੇ ਚੌਥੀ ਜਿਹੜੀਆਂ ਹਨ ਉਹ ਇੱਕ ਜਿਹੜਾ ABC ਹੈ ਇਹ ਇਹਦਾ ਓਪੋਜ਼ਿਟ ਹੈ XYZ, ਇਹਨੂੰ ਉਹਨਾਂ ਨੇ ਰਿਵਰਸ ਕਰਕੇ ਲਿਖਿਆ ਹੋਇਆ ਹੈ। ਇਸੇ ਤਰ੍ਹਾਂ MNO ਨੂੰ ਰਿਵਰਸ ਕਰਕੇ ਲਿਖਿਆ ਹੋਇਆ ਹੈ। JKL ਨੂੰ ਜੇ ਆਪਾਂ ਰਿਵਰਸ ਕਰਕੇ ਲਿਖੀਏ LKJ ਆਉਣਾ ਚਾਹੀਦਾ ਸੀ, ਜਦ ਕਿ ਉਹਨਾਂ ਨੇ KLJ ਲਿਖਿਆ ਹੋਇਆ ਹੈ। So this is the odd one out term among these four options। ਸੋ ਇਸੇ ਤਰ੍ਹਾਂ ਨੰਬਰ ਨਾਲ ਰਿਲੇਟਡ ਵੀ ਸਾਨੂੰ ਕੁਛ ਜਿਹੜਾ ਹੈ ਉਹ ਸੀਕੁਐਂਸ ਦਿੱਤਾ ਹੋਏਗਾ। ਸੋ ਫਾਰ ਐਗਜ਼ਾਮਪਲ ਕੁਐਸਚਨ ਕਿਸ ਤਰ੍ਹਾਂ ਆ ਸਕਦਾ ਹੈ 14 28 40 80 16 32 15 35। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ 14 ਹੈ ਉਹਦਾ ਆਪਾਂ ਜੇ ਡਬਲ ਕਰੀਏ ਤੇ 28 ਬਣਦਾ ਹੈ ਮਲਟੀਪਲਾਈ ਬਾਈ 2। ਸੋ 40 ਦਾ ਡਬਲ ਜਿਹੜਾ ਹੈ ਉਹ 80 ਬਣਦਾ ਹੈ। 16 ਦੂਣਾ 32 ਸੋ 15 ਦੂਣਾ 30। ਸੋ ਜਿਹੜਾ ਇਹਦੇ ਵਿੱਚ ਇਹ ਵਾਲੀ ਆਪਸ਼ਨ ਡਿਫਰੈਂਟ ਹੈ। ਸੋ ਇਹਦੇ ਵਿੱਚ ਔਡ ਵਨ ਆਊਟ ਟਰਮ ਕਿਹੜੀ ਹੈ ਆਪਸ਼ਨ ਨੰਬਰ 4 ਜਿਹੜੀ ਹੈ ਦੈਟ ਇਜ਼ ਦੀ ਔਡ ਵਨ ਆਊਟ ਟਰਮ ਹੈ। ਸੋ ਇਸੇ ਤਰ੍ਹਾਂ ਹੀ ਹੋਰ ਮੈਂ ਕੁਛ ਪ੍ਰੋਬਲਮਸ ਨੰਬਰ ਨਾਲ ਰਿਲੇਟਡ 3:5 option second is 5:3, third is 6:2 and fourth is 7:3। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਕੁਛ ਵੀ ਹੋ ਸਕਦਾ ਹੈ, ਜ਼ਰੂਰੀ ਨਹੀਂ ਕਿ ਜਿਵੇਂ 3:5 ਹੈ ਉਹਨਾਂ ਦੇ ਵਿੱਚ ਆਪਾਂ ਉਹਨਾਂ ਨੂੰ ਕੁਛ ਮਲਟੀਪਲੀਕੇਸ਼ਨ ਜਾਂ ਕੁਛ ਡਿਵੀਜ਼ਨ ਕਰਕੇ ਜਾਂ ਸਮ ਕਰਕੇ ਕੁਛ ਨਾ ਕੁਛ ਤਰ੍ਹਾਂ ਨਾਲ ਪੈਟਰਨ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਫਾਰ ਐਗਜ਼ਾਮਪਲ ਜੇ ਮੈਂ ਦੇਖਾਂ 5 + 3 8 ਇਹਦਾ ਜੋੜ ਵੀ 8 ਬਣਦਾ ਹੈ, 5 + 3 ਇਹਦਾ ਵੀ 8 ਬਣਦਾ ਹੈ, 6 + 2 ਇਹਦਾ ਵੀ 8 ਬਣਦਾ ਹੈ, ਜਦ ਕਿ 7 ਤੇ 3 ਦਾ ਜਿਹੜਾ ਜੋੜ ਹੈ ਦੈਟ ਇਜ਼ ਡਿਫਰੈਂਟ। ਸੋ ਇਹਦੇ ਵਿੱਚ ਹੋਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ, ਹੋਰ ਕੁਛ ਵੀ ਤਰੀਕੇ ਨਾਲ ਇਹਨੂੰ ਆਪਾਂ ਸੋਲਵ ਨਹੀਂ ਕਰ ਸਕਦੇ। ਸੋ ਇਹਦੇ ਵਿੱਚ ਜਿਹੜੀ ਆਪਸ਼ਨ 4 ਹੈ ਉਹਦਾ ਸਮ ਜਿਹੜਾ ਹੈ ਉਹ ਬਾਕੀ ਤਿੰਨਾਂ ਨਾਲੋਂ ਡਿਫਰੈਂਟ ਬਣ ਰਿਹਾ ਹੈ। ਸੋ 4th is the correct option so for this problem। ਸੋ ਹੋਰ ਨੰਬਰ ਸੀਕੁਐਂਸ ਦੇ ਵਿੱਚ ਆਪਾਂ ਕਿਸ ਤਰ੍ਹਾਂ ਦੀ ਪ੍ਰੋਬਲਮ ਡਿਸਕਸ ਕਰ ਸਕਦੇ ਹਾਂ। ਸੋ ਫਾਰ ਐਗਜ਼ਾਮਪਲ so let us write here just a minute yes so 8 64 third is 125 and 28। ਹੁਣ ਇਹਦੇ ਵਿੱਚ ਤੁਸੀਂ ਦੇਖੋ 8 64 125 ਤੇ 28 ਦੇ ਵਿੱਚੋਂ ਕਿਹੜੀ ਜਿਹੜੀ ਟਰਮ ਹੈ ਉਹ ਬਿਲਕੁਲ ਡਿਫਰੈਂਟ ਹੈ ਬਾਕੀ ਤਿੰਨਾਂ ਨਾਲੋਂ। ਹੁਣ 8 ਜਿਹੜਾ ਹੈ ਇਟ ਇਜ਼ ਕਿਊਬ ਆਫ 2, 64 ਜਿਹੜਾ ਹੈ ਉਹ 4 ਦਾ ਕਿਊਬ ਹੈ, 125 ਜਿਹੜਾ ਹੈ ਉਹ 5 ਦਾ ਕਿਊਬ ਹੈ, ਜਦ ਕਿ 28 ਜਿਹੜਾ ਹੈ ਉਹ ਕਿਸੇ ਦਾ ਵੀ ਕਿਊਬ ਨਹੀਂ ਹੈ। ਸੋ ਬਾਕੀ ਤਿੰਨੇ ਜਿਹੜੇ ਹਨ ਇੱਕ ਪੈਟਰਨ ਫੋਲੋ ਕਰ ਰਹੇ ਹਨ, ਜਦ ਕਿ 28 ਜਿਹੜੀ ਟਰਮ ਹੈ ਇਹ ਕੋਈ ਪੈਟਰਨ ਫੋਲੋ ਨਹੀਂ ਕਰ ਰਹੀ। ਸੋ ਇਟ ਇਜ਼ ਡਿਫਰੈਂਟ among 4। ਸੋ ਦਿਸ ਇਹਨੂੰ ਆਪਾਂ ਚੂਜ਼ ਕਰ ਸਕਦੇ ਹਾਂ ਐਜ਼ ਔਡ ਵਨ ਆਊਟ। ਸੋ ਨੈਕਸਟ ਲਾਸਟ ਕੁਐਸਚਨ ਆਪਾਂ ਡਿਸਕਸ ਕਰਾਂਗੇ। ਸੋ ਹੋਰ ਔਡ ਵਨ ਆਊਟ ਦੇ ਵਿੱਚ ਫਾਰ ਐਗਜ਼ਾਮਪਲ 131 then it is 151
third is 161 and fourth is 171। ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ। ਹੁਣ ਇਹਨੂੰ ਤੁਸੀਂ ਸਮ ਕਰਕੇ ਦੇਖ ਸਕਦੇ ਹੋ, ਜਿਸ ਤਰ੍ਹਾਂ ਆਪਾਂ ਉੱਪਰ ਪ੍ਰੋਬਲਮ ਕੀਤੀ ਹੈ। ਸੋ ਇਹਦੇ ਵਿੱਚ ਜੇ ਮੈਂ ਤਿੰਨਾਂ ਦਾ ਸਮ ਕਰਾਂ 1 + 3 + 1, ਸੋ ਇਹਦਾ ਸਮ ਜਿਹੜਾ ਹੈ ਉਹ 5 ਆ ਰਿਹਾ ਹੈ। ਸੋ 5 ਤੇ 2 7 ਆ ਰਿਹਾ ਹੈ, 6 ਤੇ 2 8 ਆ ਰਿਹਾ ਹੈ, ਤੇ 7 ਤੇ 2 9 ਆ ਰਿਹਾ ਹੈ। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ 5 7 ਤੇ 9 ਜਿਹੜਾ ਹੈ ਇਟ ਇਜ਼ ਏ ਔਡ ਨੰਬਰ, ਜਦ ਕਿ ਇਹਦਾ ਸਮ ਜਿਹੜਾ ਹੈ ਇਟ ਇਜ਼ ਏ ਈਵਨ ਨੰਬਰ। ਸੋ ਇਟ ਇਜ਼ ਡਿਫਰੈਂਟ, ਬਾਕੀ ਸਾਰਿਆਂ ਦਾ ਇਹਦਾ ਵੀ ਔਡ ਹੈ, ਇਹਦਾ ਵੀ ਔਡ ਹੈ। ਸੋ ਔਡ ਵਨ ਆਊਟ ਦੇ ਵਿੱਚ ਆਪਾਂ 161 ਜਿਹੜਾ ਹੈ, ਸੋ ਦੈਟ ਇਜ਼ ਏ ਔਡ ਵਨ ਆਊਟ ਟਰਮ। ਸੋ ਕਿਸੇ ਤਰੀਕੇ ਨਾਲ ਵੀ ਤੁਸੀਂ ਜਿਹੜਾ ਹੈ ਉਹ ਸੀਕੁਐਂਸ ਨੂੰ ਸੋਲਵ ਕਰਕੇ ਕੁਛ ਇੱਕ ਟਰਮ ਜਿਹੜੀ ਬਾਕੀ ਤਿੰਨੇ ਫੋਲੋ ਕਰ ਰਹੇ ਹਨ ਪੈਟਰਨ, ਬਟ ਚੌਥਾ ਜਿਹੜੀ ਟਰਮ ਹੈ ਉਹ ਫੋਲੋ ਨਹੀਂ ਕਰ ਰਹੀ। ਸੋ ਇੱਦਾਂ ਦੇ ਜਿਹੜੇ ਕੁਐਸਚਨ ਤੁਸੀਂ ਜਿਹੜੇ ਹਨ ਉਹ ਸੋਲਵ ਕਰ ਸਕਦੇ ਹੋ। ਸੋ ਇੱਕ ਕੁਐਸਚਨ ਜਿਹੜਾ ਹੈ ਆਪਾਂ ਹੋਰ ਡਿਸਕਸ ਕਰਦੇ ਹਾਂ ਅਲਫਾਬੈਟ ਸੀਕੁਐਂਸ ਦੇ ਨਾਲ। ਸੋ ਕੁਐਸਚਨ ਇਜ਼ XW FG, third is ML and fourth is PO। ਹੁਣ ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਇਹਨੂੰ ਹੱਲ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਇਹ ਜਦੋਂ ਵੀ ਆਪਾਂ ਅਲਫਾਬੈਟ ਸੀਰੀਜ਼ ਦੇ ਵਿੱਚ ਕੁਐਸਚਨ ਕਰਦੇ ਹਾਂ, ਜੇ ਤੇ ਸਾਨੂੰ ਉਹ ਪੈਟਰਨ ਸਮਝ ਆ ਗਿਆ ਤੇ ਉਹਨੂੰ ਆਪਾਂ ਕਰ ਲੈਣਾ ਹੈ, ਅਦਰਵਾਈਜ਼ ਆਪਾਂ A ਤੋਂ ਲੈ ਕੇ Z ਤੱਕ ਨੰਬਰਿੰਗ ਕਰ ਲੈਣੀ ਹੈ, ABCDEFGHIJKLMNOPQRSTUVWXYZ। ਸੋ 1 2 3 4 5 6 7 8 9 10 11 12 13 14 15 16 17 18 19 20 21 22 23 24 25 ਤੇ 26। ਹੁਣ ਤੁਸੀਂ ਦੇਖੋ X ਤੇ W ਜਿਹੜਾ ਹੈ, ਦਿਸ ਇਜ਼ X ਐਂਡ ਦਿਸ ਇਜ਼ W। ਸੋ ਇਹ ਦੋ ਕੰਜ਼ੈਕਟਿਵ ਜਿਹੜੀਆਂ ਲੈਟਰਸ ਹੈ ਉਹਨੇ ਆਪੋਜ਼ਿਟ ਫਾਰਮ ਦੇ ਵਿੱਚ ਲਿਖੇ ਹੋਏ ਹਨ। ਇਸੇ ਤਰ੍ਹਾਂ F ਤੇ G ਆਪਾਂ ਦੇਖੀਏ, F ਤੇ G ਜਿਹੜਾ ਹੈ ਉਹ ਅਗਲੇ ਪਾਸੇ ਨੂੰ ਲਿਖੇ ਹੋਏ ਹਨ। ਸੋ XW ਜਿਹੜਾ ਹੈ ਇਟ ਇਜ਼ ਰਿਟਨ ਇਨ ਰਿਵਰਸ ਆਰਡਰ। ਇਸੇ ਤਰ੍ਹਾਂ ML ਜਿਹੜਾ ਹੈ, M ਤੇ L ਜਿਹੜਾ ਹੈ ਦਿਸ ਇਜ਼ ਅਗੇਨ ਇਨ ਰਿਵਰਸ ਆਰਡਰ। XW ਜਿਹੜਾ ਹੈ ਉਹ ਵੀ ਰਿਵਰਸ ਆਰਡਰ 'ਚ ਹੈ। PO ਜਿਹੜਾ ਹੈ ਇਟ ਇਜ਼ ਅਗੇਨ ਇਨ ਦੀ ਰਿਵਰਸ ਆਰਡਰ। ਸੋ ਬਾਕੀ ਜਿਹੜੇ ਆਪਸ਼ਨ 1 3 ਐਂਡ 4 ਜਿਹੜੇ ਹਨ ਦੇ ਆਰ ਇਨ ਦੀ ਰਿਵਰਸ ਆਰਡਰ, ਜਦ ਕਿ FG ਜਿਹੜਾ ਹੈ ਉਹ ਉਹਨੇ ਫਾਰਵਰਡਿੰਗ ਆਰਡਰ ਦੇ ਵਿੱਚ ਲਿਖਿਆ ਹੈ। ਸੋ ਦਿਸ ਇਜ਼ ਜਿਹੜਾ ਹੈ ਇਹਦੇ ਵਿੱਚ ਔਡ ਵਨ ਆਊਟ ਟਰਮ ਹੈਗੀ ਹੈ। ਸੋ ਦਿਸ ਇਜ਼ ਆਲ ਅਬਾਊਟ ਦਿਸ ਕਲਾਸੀਫਿਕੇਸ਼ਨ ਐਂਡ ਔਡ ਵਨ ਆਊਟ ਟਰਮਸ। ਸੋ ਇੱਦਾਂ ਦਾ ਇੱਕ ਲੈਕਚਰ ਜਿਹੜਾ ਹੈ ਆਪਾਂ ਹੋਰ ਡਿਸਕਸ ਕਰਾਂਗੇ, ਜਿਹਦੇ ਵਿੱਚ ਆਪਾਂ ਥੋੜ੍ਹੇ ਡਿਫੀਕਲਟ ਕੁਐਸਚਨ ਜਿਹੜੇ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਟਿਲ ਦੈਨ ਗੁੱਡ ਬਾਏ, ਸੀ ਯੂ ਇਨ ਦੀ ਨੈਕਸਟ ਲੈਕਚਰ।